ਗਈ ਜਗਦੀਸ਼ ਪੁਨਹ ਪੁਨਹ ਬਲਿਹਾਰਿਓ। ਚਰਨ ਕਮਲ ਵਸਿਆ ਰਿਦ ਪੀਤਰ ਸਾਸ ਗਰੋਂ ਸੇ ਉਚਾਰਿਓ। ਨਾਨਕ ਓਟ ਗਈ ਜਗਦੀਸ਼ ਪੁਨਹ ਪੁਨਹ ਬਲਿਹਾਰਿਓ। ਸ੍ਰੀ ਗੁਰੂ ਜੀ। ਰਾਗ ਆਸਾ ਮਹੱਲਾ ਪੰਜਵਾਂ। ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ। ਜਿਨ ਲਾਈ ਪ੍ਰੀਤ ਸੋਈ ਫਿਰ ਖਾਇਆ। ਜਿਨ ਸੁਖ ਬੈਠਾਲੀ ਤਿਸ ਭਉ ਬਹੁਤ ਦਿਖਾਇਆ। ਜਿਨ ਲਾਈ ਪ੍ਰੀਤ ਸੋਏ ਫਿਰ ਖਾਇਆ। ਸਤਿਗੁਰੂ ਪੰਚਮ ਪਾਤਸ਼ਾਹ ਗੁਰੂਦੇਵ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਜੋ ਚੱਲ ਰਹੀ ਲੜੀਵਾਰ ਕਥਾ ਵਿੱਚ ਸਤਿਗੁਰੂ ਪਾਤਸ਼ਾਹ ਪਾਵਨ ਉਪਦੇਸ਼ ਬਖਸ਼ਦੇ ਨੇ। ਜਿਸ ਮਾਇਆ ਨੇ ਤਿੰਨਾਂ ਲੋਕਾਂ ਨੂੰ ਮੋਹਿਆ ਹੈ, ਐਸੀ ਮਾਇਆ ਬਲ ਵਾਲੀ ਜਿਸ ਮਾਇਆ ਨੇ ਦੇਵੀ ਦੇਵਤਿਆਂ ਨੂੰ ਵੀ ਛਲ ਲਿਆ। ਸਤਿਗੁਰੂ ਪਾਤਸ਼ਾਹ ਆਪਣੀ ਦਸ਼ਾ ਮਾਇਆ ਦਾ ਛਲ ਪ੍ਰਗਟ ਕਰਦੇ ਹੋਏ ਪਾਵਨ ਉਪਦੇਸ਼ ਬਖਸ਼ਦੇ ਨੇ। ਜਿਨ ਲਾਈ ਪ੍ਰੀਤ ਸੋਏ ਫਿਰ ਖਾਇਆ। ਜਿਸਨੇ ਮਾਇਆ ਦੇ ਸੰਗ ਪ੍ਰੀਤੀ ਲਾ ਲਈ, ਤਿਸੀ ਨੂੰ ਇਸ ਮਾਇਆ ਨੇ ਫਿਰ ਖਾਇਆ ਹੈ। ਨਾਸ ਕਰ ਦਿੱਤਾ ਉਸ ਮਨੁੱਖ ਨੂੰ ਜਿਸਨੇ ਪ੍ਰੀਤੀ ਮਾਇਆ ਨਾਲ ਲਾ ਲਈ। ਜਿਸਨੇ ਆਪਣੇ ਘਰ ਵਿੱਚ ਸਿੰਚਨ ਕੀਤੀ, ਬੜੀ ਮਾਇਆ ਧਨ ਜੋੜ ਲਿਆ। ਤੈਨੂੰ ਰਾਜ ਭੈ ਅਗਨੀ ਦਾ ਭੈ, ਚੋਰਾਂ ਦਾ ਭੈ ਇਤਿਆਦਿਕ ਬਹੁਤ ਭੈ ਦਿਖਲਾਇਆ ਇਸ ਮਾਇਆ ਨੇ। ਕਿਉਂਕਿ ਭੈ ਰਹਿੰਦਾ ਹੈ ਰਾਜੇ ਦਾ, ਅਗਨੀ ਦਾ, ਚੋਰਾਂ ਦਾ ਇਤਿਆਦਿਕ ਬੜਾ ਭੈ, ਸੰਬੰਧੀਆਂ ਦਾ, ਕਿ ਮੇਰੇ ਪਾਸ ਮਾਇਆ ਹੈ। ਸਤਿਗੁਰੂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਪਾਵਨ ਉਪਦੇਸ਼ ਦਿੰਦੇ ਨੇ। ਭਾਈ ਮੀਤ ਕੁਟੰਬ ਦੇਖ ਬੈਬਾਦੇ, ਹਮ ਆਈ ਵਸਗਤ ਗੁਰ ਪ੍ਰਸਾਦੇ। ਪਾਤਸ਼ਾਹ ਗੁਰਦੇਵ ਫਰਮਾਉਂਦੇ ਨੇ, ਭਾਈ ਮਿੱਤਰ ਕੁਟੰਬ ਦੇ ਲੋਕ ਮਾਇਆ ਨੂੰ ਦੇਖ ਕੇ ਝਗੜਾ ਕਰਦੇ ਨੇ, ਵਿਤੰਡਾਵਾਦ ਕਰਦੇ ਨੇ, ਲੜਦੇ ਨੇ। ਇੱਕ ਤੁਸ਼ ਮਾਇਆ ਕੋਡੀ ਬਦਲੇ। ਵਾਦ ਵਿਵਾਦ ਜਗਤ ਵਿੱਚ ਘੜੇ ਹੁੰਦੇ ਨੇ। ਆਪਣਿਆਂ ਦਾ ਘਾਤ ਹੋ ਜਾਂਦਾ ਹੈ ਇਸ ਮਾਇਆ ਬਦਲੇ। ਭਾਈ ਮੀਤ ਕੁਟੰਬ ਦੇਖ ਬੈਬਾਦੇ, ਹਮ ਆਈ ਵਸਗਤ ਗੁਰ ਪ੍ਰਸਾਦੇ।
ਪਾਤਸ਼ਾਹ ਫਰਮਾਉਂਦੇ ਨੇ, ਸ੍ਰੀ ਗੁਰੂ ਰਾਮਦਾਸ ਮਹਾਰਾਜ ਸੋਢੀ ਸੁਲਤਾਨ ਗੁਰਦੇਵ ਦੀ ਕਿਰਪਾ ਤੇ ਇਸ ਮਾਇਆ ਦੀ ਸ਼ਕਤੀ ਸਾਡੇ ਵਸ ਵਿੱਚ ਆਈ ਹੈ। ਐਸਾ ਦੇਖ ਬੇਮੋਹਤ ਹੋਏ, ਸਾਧਕ ਸਿੱਧ ਸੁਰ ਦੇਵ ਮਨੁੱਖਾ, ਬਿਨ ਸਾਧੂ ਸਭ ਧਰੋਹਨ ਧਰੋਏ। ਸਤਿਗੁਰੂ ਪਾਤਸ਼ਾਹ ਫਰਮਾਉਂਦੇ ਨੇ, ਐਸਾ ਦੇਖ ਬੇਮੋਹਿਤ ਹੋਏ। ਐਸਾ ਮਾਇਆ ਦਾ ਕੌਤਕ ਚਰਿੱਤਰ ਦੇਖ ਕੇ ਅਸੀਂ ਮੋਹ ਤੋਂ ਰਹਿਤ ਹੋ ਗਏ ਹਾਂ ਕਿ ਐਸੀ ਮਾਇਆ ਛੱਡਣੀ ਜਿਸ ਮਾਇਆ ਨੇ ਤਿੰਨਾਂ ਲੋਕਾਂ ਨੂੰ ਛੱਡ ਲਿਆ। ਅੱਜ ਝਗੜੇ ਵਾਦ ਵਿਵਾਦ ਮਾਇਆ ਦੇ ਹੁੰਦੇ ਨੇ। ਸਤਿਗੁਰੂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਇਹ ਪਾਵਨ ਉਪਦੇਸ਼ ਦਿੰਦੇ ਨੇ, ਜੇ ਵਿਸ਼ੇਸ਼ ਕਰਕੇ ਮੋਹਿਤ ਹੋ ਗਏ ਤੁਛ ਮਾਇਆ ਬਦਲੇ, ਇਹ ਮਨੁੱਖ ਆਪਣਿਆਂ ਦਾ ਘਾਤ ਕਰ ਦਿੰਦਾ ਹੈ। ਇੱਕ ਮਾਇਆ ਬਦਲੇ, ਉਹ ਮਾਇਆ ਸਾਥ ਵੀ ਨਹੀਂ ਜਾਂਦੀ। ਬਾਬਾ ਮਾਇਆ ਸਾਥ ਨਾ ਹੋਏ, ਇਨ ਮਾਇਆ ਜਗ ਮੋਹਿਆ ਵਿਰਲਾ ਬੂਝੈ ਕੋਏ। ਗੁਰੂ ਅਮਰਦਾਸ ਮਹਾਰਾਜ ਜੀ ਦੇ ਵੀ ਪਾਵਨ ਬਚਨ ਨੇ, ਮਾਇਆ ਮਮਤਾ ਮੋਹਣੀ ਜਿਨ ਬਿਨ ਦੰਤਾ ਜਗ ਖਾਇਆ। ਦੰਦਾਂ ਤੋਂ ਬਿਨਾਂ ਇਸ ਜਗਤ ਨੂੰ ਖਾ ਗਈ ਮਾਇਆ, ਐਸੀ ਮਮਤਾ ਮੋਹਣੀ ਹੈ। ਇਸ ਤੋਂ ਬਚਿਆ ਕੌਣ? ਮਨ ਮੁਖ ਖਾਦੇ ਗੁਰਮੁਖ ਉਭਰੇ, ਜਿਨੀ ਸਚ ਨਾਮ ਚਿਤ ਲਾਇਆ। ਗੁਰਮੁਖ ਜੋ ਗੁਰੂ ਨੂੰ ਮੰਨਣ ਵਾਲੇ, ਗੁਰੂ ਨੂੰ ਜਪਣ ਵਾਲੇ, ਗੁਰ ਉਪਦੇਸ਼ੀ ਗੁਰਮਤੀਏ ਮਾਇਆ ਤੋਂ ਬਚ ਗਏ। ਮਾਇਆ ਉਹਨਾਂ ਨੂੰ ਛਲ ਨਾ ਸਕੀ। ਜੋ ਸਤਿਗੁਰੂ ਪਾਤਸ਼ਾਹ ਪਾਵਨ ਉਪਦੇਸ਼ ਦਿੰਦੇ ਨੇ, ਜਗਿਆਸੂ 84 ਸਿੱਧ ਇੰਦਰ ਦੇਵਤੇ ਆਦਿਕ ਸੁਰ ਸਮਾਨ ਦੇਵ ਤ੍ਰੈ ਦੇਵ ਮਨੁੱਖ ਆਦਿਕ ਜਿਤਨੇ ਅਕਾਲ ਪੁਰਖ ਦੇ ਪਿਆਰੇ ਤੋਂ ਬਿਨਾਂ, ਇੱਕ ਸਾਧੂ ਤੋਂ ਬਿਨਾਂ ਪਾਤਸ਼ਾਹ ਨੇ ਬਚਨ ਕਹਿ ਦਿੱਤੇ ਕਿ ਸਾਧੂ ਨੂੰ ਮਾਇਆ ਛੱਡ ਨਾ ਸਕੀ, ਰੱਬ ਦੇ ਜਨ ਨੂੰ ਮਾਇਆ ਛੱਡ ਨਾ ਸਕੀ। ਇੱਕ ਸਾਧੂ ਤੋਂ ਬਿਨਾਂ ਇਨ ਮਾਇਆ ਛਲਣੀ ਨੇ ਸਾਰੇ ਛੱਡ ਲਏ। ਇੱਕ ਵਾਰ ਦਾ ਜ਼ਿਕਰ, ਭਗਤ ਕਬੀਰ ਜੀ ਮਹਾਰਾਜ ਸ਼੍ਰੋਮਣੀ ਭਗਤ ਹੋਏ ਨੇ। ਭਗਤ ਕਬੀਰ ਜੀ ਦੀ ਸ਼ਰਨ ਵਿੱਚ ਮਾਇਆ ਹਰ ਰੋਜ਼ ਆਉਂਦੀ ਸੀ ਹਾਰ ਸ਼ਿੰਗਾਰ ਕਰਕੇ ਕਿ ਮੈਨੂੰ ਸਫਲੀ ਕਰੋ ਬੇਨਤੀਆਂ, ਪਰ ਭਗਤ ਜੀ ਨੇ ਅੰਗੀਕਾਰ ਨਾ ਕੀਤੀ। ਇੱਕ ਦਿਨ ਮਾਤਾ ਲੋਈ ਜੀ ਨੇ ਪੁੱਛਿਆ, ਇਹ ਇਸਤਰੀ ਕੌਣ ਹੈ? ਭਗਤ ਜੀ ਕਹਿਣ ਲੱਗੀ, ਇਹ ਮਾਇਆ ਲక్ష్ਮੀ ਹੈ। ਬੇਨਤੀ ਕੀਤੀ ਮਾਤਾ ਲੋਈ ਨੇ ਕਿ ਮੇਰੇ ਭਰਾ ਬੜੇ ਗਰੀਬ ਨੇ। ਭਗਤ ਜੀ, ਸੁਆਮੀ ਜੀ ਤੁਸੀਂ ਮਾਇਆ ਅੰਗੀਕਾਰ ਨਹੀਂ ਕਰਨੀ, ਉਹਨਾਂ ਪਾਸ ਭੇਜ ਦਿਓ। ਭਗਤ ਜੀ ਨੇ ਬੜਾ ਸਮਝਾਇਆ, ਇਹ ਮਾਇਆ ਛਲਣੀ ਹੈ, ਕਿਸੇ ਦੀ ਨਹੀਂ ਬਣਦੀ। ਜੋ ਵੀ ਇਸ ਵਿੱਚ ਮੋਹਿਤ ਹੋਇਆ ਉਸਨੂੰ ਰਾਖ ਵਿੱਚ ਮਿਲਾ ਦਿੰਦੀ ਹੈ। ਪਰ ਮਾਤਾ ਲੋਈ ਨੇ ਬੜੀਆਂ ਬੇਨਤੀਆਂ ਕੀਤੀਆਂ ਕਿ ਮੇਰੀ ਬੇਨਤੀ ਹੈ, ਮੇਰਾ ਬਚਨ ਮੰਨੋ। ਭਗਤ ਜੀ ਨੇ ਦੂਜੇ ਦਿਨ ਮਾਇਆ ਆਈ, ਹੁਕਮ ਕਰ ਦਿੱਤਾ। ਇਕੱਠੇ ਸੀ ਰਵਾਰ ਲੜ ਪਏ, ਖੱਡੀਆਂ ਪੱਟੀਆਂ ਗਈਆਂ। ਉਹ ਖੱਡੀਆਂ ਪੱਟੀਆਂ ਗਈਆਂ, ਚੋਖਾ ਧਨ ਧਰਤੀ ਵਿੱਚੋਂ ਨਿਕਲਿਆ। ਸਹਿਜੇ ਸਹਿਜੇ ਉਹ ਰਾਜੇ ਦੀ ਵਜ਼ੀਰ ਬਣ ਗਏ। ਮਾਤਾ ਲੋਈ ਜੀ ਦੇ ਭਰਾ ਵਜ਼ੀਰ ਬਣ ਗਏ ਰਾਜੇ ਦੇ। ਫਿਰ ਮਾਇਆ ਛਲ ਕਰਦੀ ਹੈ। ਰਾਜੇ ਦਾ ਸਪੁੱਤਰ ਵਿਆਹਣ ਯੋਗ ਸੀ ਯੁਵਰਾਜ, ਦੂਜੇ ਰਾਜੇ ਦਾ ਰੋਹ ਤੇ ਆਇਆ ਲੜਕੀ ਦਾ ਸਾਗ ਲੈ ਕੇ। ਇਹਨਾਂ ਪਾਸ ਉਹਨਾਂ ਨੇ ਗੱਲ ਕੀਤੀ, ਵਾਰਤਾ ਚੱਲੀ। ਇਹ ਕਹਿਣ ਲੱਗੇ, ਤੁਸੀਂ ਸਾਡੇ ਬੱਚੇ ਨਾਲ ਵਿਆਹ ਕਰ ਦਿਓ। ਰਾਜੇ ਦਾ ਲੜਕਾ ਤਾਂ ਸਿੱਧਾ ਸਾਦਾ ਹੈ। ਉਸ ਪ੍ਰੋਹਤ ਨੇ ਰਾਜੇ ਪਾਸ ਸੇ ਸ਼ਿਕਾਇਤ ਕਰ ਦਿੱਤੀ। ਰਾਜੇ ਨੇ ਕਿਹਾ, ਦਿਨ ਨੀਅਤ ਕਰ ਲਵੋ, ਇਸ ਦਿਨ ਸਗਨ ਵਿਹਾਰ ਵਿਆਹ ਹੋਣਾ ਹੈ। ਉਹ ਦਿਨ ਨੀਅਤ ਕੀਤਾ। ਜਿਸ ਕੋਠੇ ਵਿੱਚ ਉਹ ਸਭ ਕੁਝ ਕਰਨਾ ਸੀ, ਰੂਦ ਭਰ ਦਿੱਤਾ ਗਿਆ ਰਾਜੇ ਨੇ ਕਿ ਮੇਰੇ ਵਜ਼ੀਰ ਇੰਝ ਕਰਦੇ ਨੇ ਮੇਰੇ ਨਾਲ।
ਇਹ ਭਗਤ ਕਬੀਰ ਜੀ ਮਹਾਰਾਜ ਜੀ ਨੂੰ ਸੰਦੇਸ਼ਾ ਗਿਆ, ਭਗਤ ਜੀ ਦੇਰੀ ਨਾਲ ਜਾਣ, ਪਰ ਮਹਤਾ ਲੋਈ ਬੜਾ ਜਲਦੀ ਕਰੇ, ਆਪਾਂ ਜਲਦੀ ਜਾਣਾ ਹੈ। ਭਗਤ ਜੀ ਨੂੰ ਪਤਾ ਸੀ ਇਹ ਭਾਣਾ ਵਰਤੇਗਾ, ਉਹ ਸਭ ਆ ਗਏ। ਫਿਰ ਪੁੱਛਣਾ ਕੀਤਾ ਪ੍ਰੋਹਤ ਤੋਂ ਕਿ ਸਭ ਆ ਗਏ, ਕਹਿਣ ਲੱਗੇ ਇੱਕ ਭਗਤ ਕਬੀਰ ਜੀ ਨਹੀਂ ਆਏ, ਬਾਕੀ ਸਭ ਆ ਗਏ। ਰਾਜਾ ਕਹਿਣ ਲੱਗਾ ਕੋਈ ਗੱਲ ਨਹੀਂ, ਰੂਦ ਸਭ ਸ਼ੁਰੂ ਕਰ ਦਿੱਤਾ, ਸਭ ਰਾਖ ਵਿੱਚ ਮਿਲ ਗਏ, ਬੁਰਜ ਪਾਟ ਗਏ। ਇਸ ਕੌਤਕ ਨੂੰ ਜਦੋਂ ਦੇਖਿਆ, ਭਗਤ ਕਬੀਰ ਜੀ ਆ ਰਹੇ ਸਨ, ਦੇਖਿਆ ਮਹਤਾ ਲੋਈ ਨੇ ਨਜ਼ਦੀਕ ਆ ਕੇ ਫਿਰ ਖਾਈ ਕਰ ਲਾਭ। ਫਿਰ ਭਗਤ ਕਬੀਰ ਜੀ ਕਹਿਣ ਲੱਗੇ ਤੈਨੂੰ ਅਸੀਂ ਕਿਹਾ ਸੀ, ਇਹ ਮਾਇਆ ਦਾ ਬਿਰਤਾਂਤ ਹੈ, ਇਸ ਮਾਇਆ ਨੇ ਇਕਾਰਾ ਕੀਤਾ ਹੈ, ਤੈਨੂੰ ਸਮਝਾਇਆ ਸੀ, ਤੂੰ ਸਾਡਾ ਬਚਨ ਨਹੀਂ ਮੰਨਿਆ। ਐਸੀ ਮਾਇਆ ਬਲ ਵਾਲੀ ਮੋਹਤ ਜੋ ਮਨੁੱਖ ਨੂੰ ਰਾਖ ਵਿੱਚ ਮਿਲਾ ਦਿੰਦੀ ਹੈ। ਸਤਿਗੁਰੂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਇਹ ਪਾਵਨ ਉਪਦੇਸ਼ ਦਿੰਦੇ ਨੇ, ਭਾਈ ਇੱਕ ਸਾਧੂਆਂ ਨੂੰ ਛੱਡ ਕੇ 84 ਸਿੱਧਾਂ ਨੂੰ ਵੀ ਇੰਦਰ ਦੇਵਤੇ ਆਦਿਕ ਸਭਨਾਂ ਨੂੰ ਇਸ ਮਾਇਆ ਨੇ ਛੜ ਲਿਆ ਹੈ। ਮਾਈ ਮਾਇਆ ਛਲ ਤ੍ਰਿਣ ਕੀ ਅਗਨ ਮੇਘ ਕੀ ਛਾਇਆ, ਗੋਬਿੰਦ ਭਜਨ ਬਿਨ ਖੜ ਕਾ ਜਲ। ਜਿਵੇਂ ਖੜ ਆਇਆ ਸਭਨਾਂ ਨੂੰ ਰੋੜ ਕੇ ਲੈ ਜਾਂਦਾ ਹੈ, ਐਸੀ ਮਾਇਆ ਹੈ ਛਲਣੀ ਬਲ ਵਾਲੀ। ਪਾਤਸ਼ਾਹ ਅੱਗੇ ਬੇਨਤੀ ਕੀਤੀ, ਸਤਿਗੁਰੂ ਜਿਨ੍ਹਾਂ ਪਰ ਸਤਿਗੁਰੂ ਦੀ ਕਿਰਪਾ ਨਹੀਂ ਹੋਈ ਔਰ ਮਾਇਆ ਦੇ ਵਸ ਹੈ, ਤਿਨਾਂ ਦੀ ਦਸ਼ਾ ਕੈਸੀ ਹੈ। ਪਾਤਸ਼ਾਹ ਫਰਮਾਉਂਦੇ ਨੇ, ਇੱਕ ਫਿਰਹਿ ਉਦਾਸੀ ਤਿੰਨ ਕਾਮ ਵਿਆਪੈ, ਇੱਕ ਸੰਚੇ ਗਿਰਹੀ ਤਿੰਨ ਹੋਏ ਨਾ ਆਪੈ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ, ਇੱਕ ਪੁਰਖ ਦੇਖਣ ਵਿੱਚ ਤਾਂ ਉਦਾਸੀ ਨੇ ਕਿ ਉਦਾਸੀ ਨੇ ਭੇਖ ਬਾਣਾ ਪਾਇਆ ਹੈ, ਭੇਖ ਬਣਾ ਲਿਆ, ਅਸੀਂ ਉਦਾਸੀ ਹਾਂ, ਅਸੀਂ ਤਿਆਗੀ ਹਾਂ। ਉਹਨਾਂ ਦੇ ਸਰੀਰ ਵਿੱਚ ਮਾਇਆ ਕਾਮ ਰੂਪ ਹੋ ਕੇ ਵਿਆਪ ਰਹੀ ਹੈ, ਇਹ ਮਾਇਆ ਹੈ। ਜੋ ਕਾਮ ਰੂਪ ਹੋ ਕੇ ਵਿਆਪਦੀ, ਇਹ ਵੀ ਮਾਇਆ ਹੈ। ਜੋ ਗਿਣਤੀ ਵਿੱਚ ਵਸਤੂ ਆ ਗਈ, ਸੋ ਮਾਇਆ ਰੂਪ ਹੈ। ਪਾਤਸ਼ਾਹ ਫਰਮਾਉਂਦੇ ਨੇ, ਇੱਕ ਫਿਰੇ ਉਦਾਸੀ ਤਿੰਨ ਕਾਮ ਵਿਆਪੈ, ਇੱਕ ਸੰਚੇ ਗਿਰਹੀ ਤਿੰਨ ਹੋਏ ਨਾ ਆਪੈ। ਇੱਕ ਪੁਰਖ ਦੇਖਣ ਵਿੱਚ ਉਦਾਸੀਨ ਕੇ ਉਦਾਸੀ ਨੇ, ਵਿਰਾਗੀ ਨੇ, ਤਿਆਗੀ ਨੇ, ਪਰ ਉਹਨਾਂ ਦੇ ਸਰੀਰ ਵਿੱਚ ਮਾਇਆ ਕਾਮ ਰੂਪ ਹੋ ਕੇ ਵਿਆਪੀ ਹੋਈ ਹੈ। ਇਹ ਗ੍ਰਹਿਸਤੀ ਬਣ ਕਰਕੇ ਮਾਇਆ ਦਾ ਸਿੰਚਨ ਕਰਦੇ ਨੇ, ਗ੍ਰਹਿਸਤੀ ਬਣ ਕੇ ਮਾਇਆ ਇਕੱਤਰ ਕਰਦੇ ਨੇ, ਜੋੜਦੇ ਨੇ ਧਨ ਨੂੰ ਕਿ ਵੱਡੇ ਧਨੀ ਬਣ ਜਾਈਏ ਅਸੀਂ। ਤੇ ਇਹਨਾਂ ਦੀ ਵੀ ਆਪਣੀ ਨਹੀਂ ਹੁੰਦੀ, ਉਹ ਦੂਸਰੇ ਦੇ ਪਾਸ ਚਲੀ ਜਾਂਦੀ ਹੈ। ਕੌਰੂ ਬਾਦਸ਼ਾਹ ਨੇ, ਰੂਮ ਦਾ ਬਾਦਸ਼ਾਹ ਸੀ, 40 ਗੰਜ ਮਾਇਆ ਦੇ ਜੋੜ ਲਏ ਸੀ, ਕਬਰਾਂ ਵਿੱਚੋਂ ਵੀ ਮਾਇਆ ਕਢਵਾ ਲਈ। ਐਸਾ ਨਿਆਈ ਰਾਜਾ ਪਰਜਾ ਦੁਖਦਾਈ ਸੀ ਕਿ ਜਗਤ ਦੇ ਮਾਲਕ ਗੁਰਦੇਵ ਗੁਰੂ ਨਾਨਕ ਦੇਵ ਮਹਾਰਾਜ ਜੀ ਗਏ, ਸਮਤ ਬਖਸ਼ੀ ਰਾਜੇ ਨੂੰ ਕਿ ਰਾਜਨ ਦਰਗਾਹ ਵਿੱਚ ਤੇਰੇ ਨਾਲ ਕੁਝ ਵੀ ਨਹੀਂ ਜਾਣਾ, ਇੱਕ ਸੂਈ ਵੀ ਨਹੀਂ ਜਾਣੀ। ਚਰਨਾਂ 'ਤੇ ਢਹਿ ਪਿਆ, ਬਖਸ਼ੀਸ਼ਾਂ ਲਈਆਂ, ਉਪਦੇਸ਼ ਮੰਨਿਆ, ਸਦਾ ਵਰਤ ਲਾ ਦਿੱਤੇ। ਮਾਇਆ ਧਨ ਗਰੀਬਾਂ ਵਿੱਚ ਵੰਡੀ ਗਈ, ਕਿਉਂਕਿ ਉਹ ਮਾਲਕ ਸਮਰੱਥ ਵਾਹਿਗੁਰੂ ਵੱਡਾ ਦਾਤਾ ਹੈ, ਵੱਡਾ ਦਾਨਾਓਕ ਹੈ, ਆਪ ਸੂਝੀ ਦਿੰਦਾ ਹੈ। ਕਿਉਂਕਿ ਮਾਇਆ ਦੇ ਵਿੱਚ ਮਨੁੱਖ ਰਚਿਆ ਹੋਇਆ ਆਪਾਂ ਭੁੱਲ ਜਾਂਦਾ ਹੈ। ਇੱਕ ਮਦ ਸ਼ਰਾਬ ਦਾ ਜਿਵੇਂ ਕਮਲ ਆ ਜਾਂਦਾ ਹੈ ਮਨੁੱਖ ਨੂੰ ਪੀਤਿਆਂ, ਇੱਕ ਮਾਇਆ ਦਾ ਮਦ ਵੀ ਹੈ। ਐਸਾ ਮਦ ਜਿਨ੍ਹਾਂ ਨੂੰ ਹੋ ਗਿਆ, ਉਹ ਬਾਵਰੇ ਤੇ ਕਮਲੇ ਹੋ ਜਾਂਦੇ ਨੇ। ਸਤਿਗੁਰਾਂ ਦੇ ਪਾਵਨ ਬਚਨ ਵੀ ਨੇ, ਕੰਨਾਂ ਤੋਂ ਬੋਲੇ ਹੋ ਜਾਂਦੇ ਨੇ। ਮਾਇਆ ਧਾਰੀ ਅਤ ਅੰਨਾ ਬੋਲਾ, ਅਤ ਦਾ ਅੰਨਾ ਤੇ ਮਾਨੋ ਬੋਲਾ ਹੀ ਹੈ, ਕਿਉਂਕਿ ਮਾਇਆ ਧਾਰੀ ਹੈ।
प्यार माया नाल है। बोल ना सुनी रोल घचोदा, किसी दी पुकार दर्द नहीं सुनदा, उसनूं दिसदा भी कुछ नहीं, क्योंकि अज्ञान अविद्या की अंधेरी रात विचों अंधा होया है। सुखदेव मुनि जी ने भगवान प्रभु नूं कहा, प्रभु बाहर तेरी माया है, इत्थे तेरी याद विच जुड़िया बैठा है, लिव लगी है। जन्म नहीं लै रहा सी, माया सी, पता सी इस माया ने नाम नहीं जपन देना, इस माया ने लिव नहीं लाउण देनी। प्रभु ने बख्शिश की, जन्म लै, जब तक तू समाधि विच जुड़ेगा नहीं तेनू माया नहीं व्यापेगी। माया प्रभु ने मोड़ लई, उस समय रोक लई सी। जन्म तो उदासी समाधि लाई सुखदेव मुनि जी ने, और ब्रह्म ज्ञानी बने गुरु वाले बन के। राजा जनक जी सुखदेव मुनि जी के गुरु होए। जो सतगुरु पातशाह पावन उपदेश दिंदे ने, एक सती कहावे तिन बहुत कल पावै, हम हर राखे लग सतगुर पावै। एक सती कहावे तिन बहुत कल पावै, हम हर राखे लग सतगुर पावै। एक सती कहाउंदे ने कि असी मिथ्या कभी नहीं कहांगे, भाव झूठ कदे नहीं बोलांगे। युधिष्ठिर आदਿਕ तिन्हां नूं भी माया बहुत कल पावदी है। युधिष्ठिर आदਿਕ होए ने, उन्हां नूं भी माया व्यापी है। भागवत ग्रंथां विच प्रसिद्ध है। सतगुरु पातशाह फरमाउंदे ने, गुरु अर्जन देव महाराज जी, एक सती कहावे तिन बहुत कल पावै, वो भी कल्पदे नहीं, क्योंकि माया बल वाली है। हम घर राखे लग सतगुर पावै। गुरु अर्जन देव महाराज जी फरमाउंदे ने, प्यारिओ सतगुरां दे चरणां विच लग के सानू परमेश्वर हरि ने रखिया है। तप करते तपसी पुलाए, पंडित मोहे लोभ सवाए। त्रै गुण मोहे मोहया आकाश, हम सतगुर राखे दे कर हाथ। तप करते तो पशवी भी माया ने भुला दिते, ओझड़ विच पा दिते। बड़े पशवी होए ने जिन्हां दा जत सत भंग हो गया, उन्हां नूं माया व्याप गई। पछताउंदे पए, रोंदे पए। बहुते पंडितां दे लोभ विच ला के मोहत कर लिया पंडितां नूं माया ने। पंडित मोहे लोभ सवाए। तिन्हां गुणां करके सब नूं मोहत कीता। तीन गुण किहड़े ने? रजोगुण, तमोगुण ते सतोगुण। इन्हां गुणां विच जगत संसार विचरदा है। माया ने मोहत कर ली। आकाशवत जो निरालम सिद्ध आकाशचारी है। आकाश करके ऊर्ध सप्तलोक ने, तिन्हां नूं भी मोहत कीता है इस माया छलनी ने। ऐसी बल वाली माया। पातशाह फरमाउंदे ने, गुरु अर्जन देव महाराज जी, हम सतगुर राखे दे कर हाथ। सानू सतगुरां ने अपना हथ दे के इस माया तो रख लिया, रहत कीता माया तो। क्योंकि गुरु तो बिना इस माया तो रखिया नहीं हुंदी। गुरु समर्थ रखे तां बचिया जांदा है इस माया तो, क्योंकि बड़ी बल वाली ये माया है। जिस माया ने देवी देवतियां, विष्णु महेश, शिवजी महाराज, ब्रह्मा विष्णु महेश, सबनां नूं छड़ लिया इस माया ने। ऐसी बल वाली माया। की है माया? ये माया भी मेरे प्रभु की छाया है। महा माया तांकी है छाया। ऐसी माया बल वाली। ये बाबा जी ने बख्शियां करनिया। धन धन बाबा आनंद सिंह महाराज जी ने बेनती रजोई करो सतगुरु, अपनी माया मोड़ लो, चरना नाल जोड़ लो, क्योंकि तेरी माया है।
ਸਾਜਣ ਵਾਲਾ ਤੂੰ ਹੀ ਹੈ ਕੋਈ ਦੂਜਾ ਨਹੀਂ। ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਈ ਦੀਵਾਨ। ਕਿਉਂਕਿ ਤੂੰ ਮਾਲਕ ਹੈ। ਤਿੰਨ ਦੇਵਤੇ ਨੇ ਬ੍ਰਹਮਾ ਵਿਸ਼ਨੂੰ ਮਹੇਸ਼, ਪਰ ਇਹ ਵੀ ਤੇਰੇ ਹੁਕਮ ਦੇ ਵਿੱਚ ਬੱਧੇ ਹੋਏ ਨੇ। ਜਿਵ ਜਿਵ ਹੁਕਮ ਤੇਰਾ ਤਿਵ ਕਾਰ। ਗਿਆਨੀ ਕੀ ਹੋਏ ਵਰਤੀ ਦਾਸ, ਕਰ ਜੋੜੇ ਸੇਵਾ ਕਰੇ ਅਰਦਾਸ। ਜੋ ਤੂੰ ਕਹੇ ਸੋ ਕਾਰ ਕਮਾਵਾ, ਜਨ ਨਾਨਕ ਗੁਰਮੁਖ ਨੇੜ ਨਾ ਆਵਾ। ਪਾਤਸ਼ਾਹ ਫਰਮਾਉਂਦੇ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ, ਭਾਈ ਸਾਡੀ ਤਾਂ ਕਿਆ ਬਾਤ ਹੈ। ਤ੍ਰੈ ਗੁਣ ਅਤੀਤ ਆਤਮ ਗਿਆਨੀ, ਜੋ ਰੱਬ ਦੇ ਜਨ ਮਹਾਤਮਾ ਸੰਤ ਨੇ, ਤਿਨਾਂ ਦੀ ਦਾਸੀ ਹੋ ਕੇ ਵਰਤਦੀ ਹੈ ਮਾਇਆ। ਮਾਇਆ ਦਾਸੀ ਭਗਤਾਂ ਕੀ ਕਾਜ ਕਮਾਵੇ। ਇਹ ਸੁੰਦਰ ਮੰਦਰ ਗੁਰਦੁਆਰਾ ਤਿਆਰ ਹੋ ਰਿਹਾ ਸੀ। ਧੰਨ ਧੰਨ ਬਾਬਾ ਈਸਰ ਸਿੰਘ ਮਹਾਰਾਜ ਜੀ, ਜਿਨ੍ਹਾਂ ਨੇ ਵੱਡੀਆਂ ਬਖਸ਼ਿਸ਼ਾਂ ਕੀਤੀਆਂ। ਸੇਵਾਦਾਰਾਂ ਨੇ ਬੇਨਤੀ ਕੀਤੀ, ਮਹਾਂਪੁਰਸ਼ੋ ਬੜੀ ਮਾਇਆ ਦੁਕਾਨਦਾਰਾਂ ਦੀ ਦੇਣੀ ਹੈ। ਬਾਬਾ ਜੀ ਕਹਿਣ ਲੱਗੇ, ਖਰੀ ਦਾ ਕਾਰਜ ਹੈ, ਉਸ ਖਰੀ ਸਤਿਗੁਰੂ ਨੂੰ ਚਿੰਤਾ ਹੈ। ਤੁਸੀਂ ਚਿੰਤਾ ਕਰੋ ਨਾ ਕਰੋ। ਬਈ ਬਾਤ ਬੇਨਤੀ ਹੈ। ਫਿਰ ਮਾਇਆ ਆਪ ਇੱਕ ਮਾਈ ਦਾ ਰੂਪ ਧਾਰ ਕੇ ਆਈ। ਮਹਾਂਪੁਰਸ਼ ਬਾਹਰ ਬੈਠੇ ਸਨ, ਸੰਗਤਾਂ ਬੈਠੀਆਂ ਨੇ। ਗਠੜੀ ਹੈ ਮਾਇਆ ਦੀ, ਚਰਨਾਂ ਵਿੱਚ ਰੱਖੀ। ਕਿਉਂਕਿ ਬਾਬਾ ਜੀ ਮਾਇਆ ਨੂੰ ਹੱਥ ਨਹੀਂ ਸਨ ਲਾਉਂਦੇ। ਸੇਵਾਦਾਰਾਂ ਨੂੰ ਹੁਕਮ ਹੋਇਆ ਕਿ ਸੇਵਾ ਲੈ ਜਾਵੋ ਔਰ ਮਾਈ ਨੂੰ ਜਲ ਪਾਣੀ ਛਕਾਵੋ। ਲੈ ਗਏ, ਪਰ ਮਾਈ ਨੇ ਬਚਨ ਕੀਤੇ ਸੇਵਾਦਾਰਾਂ ਨਾਲ ਕਿ ਮੈਂ ਇਸ਼ਨਾਨ ਕਰਕੇ ਆਉਂਦੀ ਹਾਂ, ਜਲ ਪਾਣੀ ਨਹੀਂ ਛਕਿਆ। ਵਾਪਸ ਨਹੀਂ ਆਈ। ਸਮਾਂ ਬਤੀਤ ਹੋਇਆ। ਬਾਬਾ ਜੀ ਨੇ ਪੁੱਛਿਆ ਸੇਵਾਦਾਰਾਂ ਤੋਂ ਕਿ ਮਾਈ ਵਾਪਸ ਨਹੀਂ ਆਈ। ਬੜਾ ਲੱਭਿਆ ਢੂੰਡਿਆ ਪਰ ਨਹੀਂ ਲੱਭੀ। ਇਹਦੇ ਬਾਬਾ ਜੀ ਪਾਸੇ ਆਏ। ਬਾਬਾ ਜੀ ਕਹਿਣ ਲੱਗੇ, ਉਹ ਪਤਾ ਕੌਣ ਸੀ? ਉਹ ਮਾਇਆ ਆਪ ਸੀ। ਤੁਸੀਂ ਉਸਨੂੰ ਜਲ ਪਾਣੀ ਵੀ ਨਹੀਂ ਛਕਾਇਆ। ਉਹ ਉਸ ਗੜ੍ਹੜੀ ਨੂੰ ਖੋਲ੍ਹਿਆ ਜਿੰਨੀ ਮਾਇਆ ਦੇਣੀ ਸੀ, ਜੋ ਸਰੀਆ ਸੀਮਿੰਟ ਆਦਿ ਕੇ ਆਏ ਸੀ, ਉਤਨੀ ਪੂਰੀ ਦੀ ਪੂਰੀ। ਇੰਜ ਮਾਇਆ ਰੱਬ ਦੇ ਜਨਾਂ ਦੀ ਸੇਵਾ ਕਰਦੀ ਹੈ। ਸਤਿਗੁਰਾਂ ਦੇ ਪਾਵਨ ਬਚਨ ਨੇ, ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੇ। ਉਹ ਦਾਸੀ ਹੈ। ਭਗਤ ਜਨ ਚਿਤਵਨ ਤਤਕਾਲ ਹਾਜ਼ਰ ਹੋ ਜਾਂਦੀ ਹੈ। ਫਿਰ ਜਗਿਆਸੂ ਜਗਤ ਦੇ ਲੋਕ ਸੁਤੇ ਕਹਿੰਦੇ ਨੇ, ਸੰਤਾਂ ਪਾਸ ਬੜੀ ਮਾਇਆ, ਬੜਾ ਧਨ। ਕਿਉਂਕਿ ਮਾਇਆ ਤਾਂ ਦਾਸੀ ਹੈ। ਉਹ ਤਾਂ ਆਪ ਹੱਥ ਜੋੜ ਕੇ ਖਲੋਤੀ ਹੈ, ਫੁਰਨਾ ਕਰਨ ਮੈਂ ਸੇਵਾ ਕਰਾਂ। ਗਿਆਨੀ ਕੀ ਹੋਏ ਵਰਤੀ ਦਾਸ, ਕਰ ਜੋੜੇ ਸੇਵਾ ਕਰੇ ਅਰਦਾਸ। ਜੋ ਤੂੰ ਕਹੇ ਸੋ ਕਾਰ ਕਮਾਵਾਂ, ਜਨ ਨਾਨਕ ਗੁਰਮੁਖ ਨੇੜ ਨਾ ਆਵਾਂ। ਤਿਨਾਂ ਦੀ ਦਾਸੀ ਹੋ ਕੇ ਵਰਤਦੀ ਹੈ ਰੱਬ ਦੇ ਜਨਾਂ ਦੀ ਇਹ ਮਾਇਆ, ਜਿਸ ਮਾਇਆ ਨੇ ਤਿੰਨਾਂ ਲੋਕਾਂ ਨੂੰ ਮੋਹ ਲਿਆ। ਹੱਥ ਜੋੜ ਕੇ ਸੇਵਾ ਕਰਦੀ ਹੈ ਡਰ ਤੇ ਭੈ ਵਿੱਚ। ਮਾਇਆ ਬੇਨਤੀਆਂ ਕਰਦੀ ਹੈ। ਕੀ ਕਹਿੰਦੀ ਹੈ? ਹੇ ਭਗਵਾਨ, ਜੋ ਆਪ ਕਹੋ ਸੋ ਮੈਂ ਕੰਮ ਕਰਾਂ। ਜੋ ਗੁਰਮੁਖ ਗਿਆਨੀ ਜਨ ਤਿਨਾਂ ਦੇ ਪਾਸ ਤੋਂ ਪਹਿਲਾਂ ਕੀ ਨਹੀਂ ਆਉਂਦੀ, ਕਿਉਂਕਿ ਉਹਨਾਂ ਦੇ ਪਾਸ ਨਹੀਂ ਆਉਂਦੀ। ਡਰਦੀ ਹੈ, ਭੈ ਮੰਨਦੀ ਹੈ ਮਾਇਆ। ਪਰ ਬੇਨਤੀਆਂ ਜੋਈਆਂ ਬੜੀਆਂ ਕਰਦੀ ਹੈ ਕਿ ਮੈਨੂੰ ਵੀ ਸਫਲੀ ਕਰੋ, ਮੈਂ ਸਫਲ ਹੋ ਜਾਵਾਂ। ਇਹ ਬਾਬਾ ਜੀ ਨੇ ਬਖਸ਼ਿਆ ਕਰਨੀ ਆ। ਮਾਇਆ ਦੋ ਪ੍ਰਕਾਰ ਦੀ, ਦੋ ਲਾਵੇ ਰਾਹ, ਇੱਕ ਮਿਲਾਵੇ ਰੱਬ ਨੂੰ, ਦੂਜੀ ਨਰਕ ਲੈ ਜਾ। ਦੋ ਪ੍ਰਕਾਰ ਦੀ ਮਾਇਆ ਕੈਸੀ? ਇੱਕ ਮਾਇਆ ਗੁਰੂ ਦੇ ਵਿੱਤ ਲੱਗਣੀ, ਦਸਵੰਧ ਕੱਢਣਾ, ਉਹ ਸਫਲੀ ਹੋ ਜਾਂਦੀ ਹੈ। ਜੋ ਦੂਜੇ ਭਾਵ ਵਿੱਚ ਲੱਗਣੀ, ਖੋਟੇ ਕਰਮ ਕਰਨੇ, ਉਹ ਨਰਕ ਵਿੱਚ ਲੈ ਜਾਂਦੀ ਹੈ। ਸਤਿਗੁਰੂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਆਪਣੀ ਦਸ਼ਾ
ਬਿਆਨ ਕਰਦੇ ਹੋਏ ਪਾਵਨੀ ਉਪਦੇਸ਼ ਦਿੰਦੇ ਨੇ। ਆਸਾ ਮਹੱਲਾ ਪੰਜਵਾਂ, ਸਸੂ ਤੇ ਪਿਰ ਕੀਨੀ ਵਾਖ, ਦੇਰ ਜਠਾਣੀ ਮੋਈ ਦੁਖ ਸੰਤਾਪ, ਘਰ ਕੇ ਜਠੇਰੇ ਕੀ ਚੂਕੀ ਕਾਣ, ਪਿਰ ਰੱਖਿਆ ਕੀਨੀ ਸੁਗੜ ਸੁਜਾਨ। ਪਤੀ ਨੇ ਅਵਿਦਿਆ ਰੂਪੀ ਸੱਸ ਤੇ ਮੈਂ ਅਲੱਗ ਕਰ ਦਿੱਤੀ। ਆਸਾ ਰਾਣੀ ਤ੍ਰਿਸ਼ਨਾ ਜਠਾਣੀ ਜੋ ਦੁੱਖ ਸੰਤਾਪ ਦੇਣ ਵਾਲੀਆਂ ਸੀ, ਸੋ ਦੋਨੋਂ ਨਾਸ ਹੋ ਗਈਆਂ। ਧਰਮ ਰਾਏ ਦੀ ਕਾਣ ਵੀ ਛੁੱਟ ਗਈ, ਐਸੇ ਸੁਗੜ ਸੁਜਾਨ ਮੇਰੇ ਪਤੀ ਨੇ ਮੇਰੀ ਰੱਖਿਆ ਕੀਤੀ ਹੈ। ਸੁਨੋ ਲੋਕਾਂ ਮੈਂ ਪ੍ਰੇਮ ਰਸ ਪਾਇਆ, ਦੁਰਜਨ ਮਾਰੇ ਵੈਰੀ ਸੰਗਾਰੇ, ਸਤਿਗੁਰ ਮੋਕੋ ਹਰਿ ਨਾਮ ਦਿਵਾਇਆ। ਇਹ ਲੋਕੋ ਸੁਣੋ, मैंने प्रेम रस पाया है। पातशाह अपनी दशा बयान करते हैं। जो मेरे बैरी खोटे कामाद, जो काम क्रोध लोभ मोह अहंकार मारन वाले सी, जब मेरे वाहे गुरु ने सतगुरु मैनू नाम दान दवाया, परमेश्वर की कृपा हुई, गुरु मिलिया, गुरु ने नाम की दात झोली विच पाई, तब मैंने सो नष्ट कर दिते, ये पंजे विकार नाश कर दिते। बेनती की पातशाह गरीब नवाज, किन्हां गुणां करके आप दी रखिया दे योग समझे गए सी? तुहाडे विच कैसे गुण सी जो तुसीं रखिया दे योग समझे गए? क्योंकि रखिया भी इंज नहीं हुंदी। किहड़े गुण सी तुहाडे विच? पातशाह फरमाउंदे ने, प्रथमे त्यागी हो मैं प्रीत, द्वितीया त्यागी लोगारीत, त्रै गुण त्याग दुर्जन बीत समाने, तुरिया गुण मिल साध पछाने। प्रथमे असां ने हंता ते ममता की प्रीति त्याग दिती, दूसरे लोक रीति त्यागी, लोकां दी रीति लोकां दी कनौट का अधीनगी त्याग दिती, चुकी मोहताजी लोकन की चुक गई। तीजे तिन्ना गुणां नूं त्याग दिता, रजोगुण तमोगुण ते सतोगुण। शत्रु ते मित्र समान समझे, सौ साधुआं नूं मिले रब दे जनां नूं मिले। पातशाह फरमाउंदे ने, तुरिया गुण जो अतीत है सो पहचान लिया, सहज गोपा मह आसन बांधिया, जोत स्वरूप अनाहद वाजया, महा आनंद गुर शब्द विचार, त्रै स्यों राती धन सुहागण नार। पातशाह फरमाउंदे ने, असां ने शांति रूप एक रस आनंद गुफा विच आसन बन लिया, मन नूं स्थित कीता, जोत सू ब्रह्म दे विच स्थित होण करके अनाहत शब्द वजदा पिया, प्रगट हो गया। गुरु शब्द दे विचार करिया, जिसनूं महा आनंद प्राप्त होया, महा आनंद मिलिया। सोई इस्त्री सुहागण धन है, अपने प्यारे मिली हुई। महानंद गुर शब्द विचार, प्रै स्यों राती धन सुहागण नाल। जन नानक बोले ब्रह्म विचार, जो सुने कमावै सो उतरै पार। जन्म न मरै ना आवे ना जाए, हर सेती ओर है समाए। जो कोई इस ब्रह्म विचार नूं सुनेगा, गुरु अर्जन देव महाराज फरमाउंदे ने भाई, ये ब्रह्म का विचार है, ये सच्चे बचन ने, ये धुरों सच खंड विचों बाणी आई है। जो इस ब्रह्म विचार नूं सुनेगा, सुन के मनन करेगा,
फिर निध्यासन करेगा, भाव विचार सहित कमावेगा। तो सिक्ख्या अनुभव करके इस माया जंजाल तो पार हो जाएगा, रंजन हो जाएगा। फिर यो पुरख ना तो जन्म करके आवेगा, ना मर करके जावेगा। आवा गवन जन्म ते मन तो रहत होवेगा, और परमेश्वर वाहे गुरु के साथ वो मिल जावेगा। आसा महला पंजोवा, निज भगति सीलवंती नार। रूप अनूप पूरी आचार, जित ग्रह वसै सो गृहो शोभावंता। गुरमुख पाई किनै विरल जनता। दो शब्दां करके सतगुरु गुरु अर्जन देव महाराज जी अपनी दशा वर्णन करते हुए सो करनी भगती वाली बुद्धि को करनी खोटी करने वाली बुद्धि। माया से तदाकार बुद्धि जो हरि की भगती तो रहत है, ये दोनों का वर्णन करते हैं। वो केड़ी करनी है जिससे ब्रह्म साक्षात्कार होया, आपने प्रेम रस पाया। बेनती की सतगुरु गुरु अर्जन देव महाराज जी अगे सच्चे पातशाह, वो करनी केड़ी है सी जिस करनी दे करिया तुहानू ब्रह्म साक्षात्कार प्रगट हो गया और आपने प्रेम का रस पा लिया। सतगुरु फरमाउंदे ने निज भगती सीलवंती नार, रूप अनूप पूरी आचार। गुरु अर्जन देव महाराज जी कहन लगे, प्यारे हो आप अविरल भगती स्वरूप है, निज सीलवंती नार है, अनुपम रूप है, आचारण विच भी पूरी है। शुभ आचार नहीं उसदे, शुभ करनी है उसदी, अंतशकरण विच वसदी है, सो ग्रहण शोभावान है। किसी विरले जीव ने ऐसी सो करनी कामनी इस समर्थ गुरु द्वारा पाई है बिरलियां ने। सो करणी कामन गुर मिल हम पाई, जज काज परथाए सहाई। पातशाह फरमाउंदे ने वो सो करनी दिखाउंदे ने जिस दे कर्म सुंदर हुंदे ने, सो करनी उसनूं कहंदे ने। दे कर्म सुंदर ने, सवश निर्मल कर्म ने, मल वखेपा वर्ण तो रहत ने। ऐसी सो करनी नाम एक इस्त्री, कामनी इस्त्री नूं कहंदे ने। गुरु के साथ मिल के भाई असानी पाई है। वो कैसी है सो करनी कामनी, पूजा विच व्यवहार, सर्व कारजां विच, परलोक विच सुभाईमान हुई है। फिर कैसी है सो करनी कामनी, पातशाह फरमाउंदे ने जिचर वसी पिता कै साथ, तिचर कंत बहु फिरै उदास। कर सेवा सतपुरख मनाया, गोरियाणी कर मैं तां सर्ब सुख पाया। जब तक पिता गुरु के साथ वसी सी तब तक जीव उदासीन होया सी, इधर उधर भटकदा फिरदा सी उदों तक। जब सेवा करके टहल करके सतगुरु सतपुरख नूं मना लिया, क्योंकि गुरु सेवा तो प्रसन्न होंदे ने, प्रसन्न किया तब सतगुरु ने इस जीव दे हिरदे विच प्राप्त कर दिती। तो कि सर्व प्रकार का फिर सुख आनंद ते खेड़ा मिलिया। बति सुलखणी सच संतत पूत। पातशाह फरमाउंदे ने फिर वो कैसी है सो करनी कामन, 32 लखणा करके युक्त है। 32 लखण नहीं उस विच, सौंदर्य लज्जिया शिष्ट बुद्धि, शुभ कार्य विच हठ के शुभ कार्य करना है, हठ कर लेना। सुहिदरता सचियारी सूरमता भी बड़ी है। पावनता पवित्रता सावधानता पंडितता उद्यम उदारता गुण ग्रहकता गंभीरता मन की शुद्धता है। धर्म खिमा तत्व ज्ञान इंद्रिय जय। श्रेष्ठ धर्म करने का निजम कि श्रेष्ठ धर्म ही करना, दूजा नहीं करना।
ਸੁਕ੍ਰਿਤ ਧੈਰਜ ਨਿਮਰਤ ਤੇਜ ਦਇਆ। ਪਰਮੇਸ਼ਰ ਵਿੱਚ ਪ੍ਰੇਮ ਅਲੋਭ, ਕੋਈ ਲੋਭ ਵੀ ਨਹੀਂ। ਅਕੋਪ ਅਹਿੰਸਾ ਅਕਾਮ ਅਕਪਟ ਅਗਰਵ। ਜਿਸਦੀ ਸੰਤਤ ਸਤਨਾਮ ਸਿਮਰਨ ਰੂਪ ਪਾਵਨ ਹੈ। ਬਤੀ ਬਤੀ ਸੁਲੱਖਣੀ ਸਚ ਸੰਤਤ ਪੂਤ। आज्ञाकारी सुगढ़ स्वरूप। फिर कैसी है आज्ञाकारी भी बड़ी है, चतुर स्वरूप भी है। ऐश पूरे मन कांत स्वामी, सगल संतोखी देर जठानी। पातशाह फरमाउंदे ने जीव कंत नूं स्वामी जान के मन की इच्छा पूर्ण करती है। आसा रिशना दराणी जुठाणियां नूं संतोख प्राप्त किया है, दूर कीतियां ने। सब परवार माहे श्रेष्ठ, मती देवी देवर ज्येष्ठ। धन सो गृहो जित प्रगटी आए, जन नानक सुखे सुख बिहाए। सब परिवार दैवी समता मैत्री मुदता करना सुधरता आदत विच सृष्ट है। देवर ज्येष्ठ लभ लोभ नूं मती देवी बुद्धि दिंदी है। सो घर हिरदा भी धन है वो विच आके प्रगट होई। सतगुरु गुरु अर्जन देव महाराज जी फरमाउंदे ने जन नानक सुखे सुख विहाए। तिस घर विच सुख ही सुख विच वे समां बतीत हुंदा, आनंद ते खेड़ा उस घर विच रहिंदा है। आसा महला पंजोवा, बता करो सो पकन ना दे। सील संजम कै निकट खलोई। सतगुरु गुरु अर्जन देव महाराज जी वो करनी रूप इस्त्री बारे पावन बचन कहते हैं। जो मता भाव शुभ सलाह करते हाँ, जिस विच बिगन डाल के परपक नहीं होने दी को करनी, ऐसी इस्त्री है। सील जिस विच 13 गुण ने, सील उसनूं कहते ने सील संजम कै निकट खलोई। 13 गुण होवन ते इसनूं सील कहते ने। रहमनता है, देव पितर भगत श्रोमता अपरोपता। पिता अर्थात और को अपावना दुख ना देना। अनसूयता विधरता अपारुखा मैत्री प्रैबदता। आदि 13 गुण ने। ये 13 गुणों का नाम सील है। इंद्रियां का जितना इन सील संजम के पास खड़ी होंदी है। मन नूं इन्हां दी तरफ आने नहीं दिंदी। वेस करे बहु रूप दिखावे, ग्रह बसन न दे वख वख परमावे। बादशाह फरमाउंदे ने पखंड दे भेख बना के जीव नूं बहुत रूप दिखाउंदी। शरीर के अंतर्मुख होकर इंद्रियां नूं स्थित नहीं होण दिंदी। जुदा जुदा अपने अपने विषयां विच ला लैंदी है। घर की नायक घर वास ना देवै, जतन करो उरझाए परेवै। पातशाह फरमाउंदे ने हिरदे दी मालक नायक मालक नूं कहंदे ने। शुभ गुणों के सहित जीव नूं वसन नहीं दिंदी। ऐसी नायक जेकर अपने घर विच वसने का यतन भी करता है, घर विच वसन का यतन, तो भी उलझावा विघन पा दिंदी है। धुर की भेजी आई आमद, नौखंड जीते सब थान थनांतर। तट तीरथ ना छोड़ै जोग सन्यास, पढ़ था के सिमरत वेद अभ्यास। जब दी ब्रह्मा ने सृष्टि रची है, जगत की रचना की ब्रह्मा जी ने, तब ते अकाल पुरख की भेजी हुई संसार विच आई है। ये हुण दी नहीं आई। पातशाह फरमाउंदे ने गुरु अर्जन देव महाराज जी
ਧੁਰ ਕੀ ਭੇਜੀ ਆਈ ਆਮਰ, ਇੱਕ ਕੋਕਾਨੀ ਰੂਪ ਇਸਤਰੀ ਧੁਰੋਂ ਭੇਜੀ ਹੋਈ ਆਈ। ਇਹ ਬ੍ਰਹਮਾ ਨੇ ਜਦੋਂ ਸ੍ਰਿਸ਼ਟੀ ਦੀ ਰਚਨਾ ਕੀਤੀ, ਤਬ ਤੋਂ ਅਕਾਲ ਪੁਰਖ ਦੀ ਭੇਜੀ ਹੋਈ ਸੰਸਾਰ ਵਿੱਚ ਆ ਗਏ। ਨੌ ਖੰਡ ਜੀਤੇ ਸਭ ਥਾਨ ਥਨੰਤਰ, ਪਾਤਸ਼ਾਹ ਫਰਮਾਉਂਦੇ ਨੇ। ਔਰ ਗਿਆਨ ਬਿਨਾ ਅੰਮ੍ਰਿਤ ਹੈ, ਮਰਦੀ ਨਹੀਂ, ਇਸ ਨੂੰ ਕੋਈ ਮਾਰਨ ਵਾਲਾ ਨਹੀਂ। ਧੁਰ ਕੇ ਹੁਕਮ ਤੋਂ ਭੇਜੀ ਹੋਈ ਆਈ ਹੈ, ਐਸੀ ਆਮਦ ਹੁਕਮ ਕਰਨੇ ਵਾਲੀ ਹੈ। ਫਿਰ ਕੈਸੀ ਹੈ? ਨੌ ਖੰਡ ਪ੍ਰਿਥਵੀ ਸਪਤ ਦੀਪ, ਸਪਤ ਸਮੁੰਦਰ ਆਕਾਸ਼ ਪਤਾਲ ਸਭ ਸਥਾਨਾਂ ਵਿੱਚ, ਸਭ ਸਥਾਨਾਂ ਦੇ ਅੰਤਰ ਤੀਰਥਾਂ ਦੇ ਕਿਨਾਰੇ, ਤਾਂ ਕਿ ਵਾਸੀ ਜੋਗੀ ਸੰਨਿਆਸੀ ਆਦਿਕ ਕੋਈ ਵੀ ਇਸ ਨੇ ਨਹੀਂ ਛੱਡੇ। ਐਸੀ ਮਾਇਆ ਕੋ ਕਰਨੀ, ਸਭਨਾਂ ਨੂੰ ਛੱਡ ਲਿਆ ਇਸਨੇ, ਇਸਨੇ ਸਭਨਾਂ ਨੂੰ ਜਿੱਤ ਲਿਆ ਹੈ, ਫਤਿਹ ਪਾ ਲਈ। ਵੇਦ ਸਿਮਰਤ ਦਾ ਪਾਠ ਪੜ੍ਹ ਕੇ ਅਭਿਆਸ ਕਰਕੇ ਥਕਤ ਹੋ ਗਏ ਨੇ। ਜਹ ਵੈਸੋ ਤਹ ਨਾਲ ਵੈਸੈ, ਸਗਲ ਭਵਨ ਮਹਿ ਸਬਲ ਪਰਵੇਸੈ। ਹੋਚੀ ਸਰਣ ਪਿਆ ਰਹਿਣ ਨਾ ਪਾਈ, ਕਹੋ ਮੀਤਾ ਹੋ ਕਹਿ ਪਹਿ ਜਾਈ। ਗੁਰੂ ਅਰਜਨ ਦੇਵ ਮਹਾਰਾਜ ਫਰਮਾਉਂਦੇ ਨੇ, ਪਿਆਰਿਓ, ਜਿੱਥੇ ਬੈਠਦੇ ਹਾਂ ਤਾਂ ਸੰਗ ਵਹਿੰਦੀ ਹੈ ਕੋ ਕਰਨੀ। 14 ਭਵਨਾਂ ਵਿੱਚ, ਸਗਲ ਭਵਨਾਂ ਵਿੱਚ ਬਲ ਦੇ ਸਹਿਤ ਪ੍ਰਵੇਸ਼ ਕਰਦੀ ਹੈ, ਬੜੀ ਬਲ ਵਾਲੀ ਹੈ। ਹੋਸ਼ੀ ਸਨ ਪੜਨੇ ਸੇ ਅਨ ਦੇਵਤਿਆਂ ਦੀ ਸ਼ਰਨਾਗਤ ਸੇ, ਇਸੇ ਕੋਈ ਰਹਿਣ ਨਹੀਂ ਪਾਉਂਦਾ। ਇਹ ਮਿੱਤਰੋ, ਇਹ ਕਹੋ ਕਿ ਹਮ ਕਿਸ ਕੇ ਪਾਸ ਜਾਈਏ, ਪਾਤਸ਼ਾਹ ਫਰਮਾਉਂਦੇ ਨੇ। ਇਹ ਮਾਇਆ ਕੋ ਕਰਨੀ ਵਿਸ਼ਿਸ਼ਟ ਰਿਖੀ ਜੀ ਹੋਏ ਨੇ। ਭਾਵ ਬੁੱਧੀ ਦਾ ਮਨ ਸੇ ਛੁੱਟੈ ਸੋ ਕਰਨੀ ਮਿਲੇ। ਜਬ ਇਸ ਪ੍ਰਕਾਰ ਸਤਿਗੁਰੂ ਮਿੱਤਰਾਂ ਤੋਂ ਪੁੱਛਿਆ, ਤਬ ਸਤਿਗੁਰਾਂ ਨੇ ਕੀ ਕਿਹਾ ਕਿ ਸਤਿਗੁਰੂ ਤੋਂ ਬਿਨਾਂ ਆਉਣ ਉਪਾਸਨਾ ਸੇ ਮਾਇਆ ਰੂਪ ਕੋ ਕਰਨੀ ਦਾ ਸੰਗ ਨਹੀਂ ਛੁੱਟੇਗਾ। ਭਾਵੇਂ ਦੇਵੀ ਦੇਵਤਿਆਂ ਮੜੀਆਂ ਮਸਾਣਾਂ ਨੂੰ ਪੂਜੋ, ਪਰ ਇਸ ਕੋ ਕਰਨੀ ਮਾਇਆ ਦਾ ਸੰਗ ਨਹੀਂ ਛੁੱਟਣਾ, ਇਸ ਤੋਂ ਛੁਟਕਾਰਾ ਨਹੀਂ ਹੋਣਾ। ਪਾਤਸ਼ਾਹ ਫਰਮਾਉਂਦੇ ਨੇ, ਹੋਛੀ ਸਣ ਪਿਆ ਰਹਿਣ ਨਾ ਪਾਈ, ਹੋਛੀ ਸਣ ਦੇਵੀ ਦੇਵਤਿਆਂ ਮੜੀਆਂ ਮਸਾਣਾਂ ਆਦਿ, ਕਹੋ ਮੀਤਾ ਹੋ ਕਹਿ ਪਹਿ ਜਾਈਏ, ਗੁਰੂ ਤੋਂ ਬਖਸ਼ਿਸ਼ ਹੋਣੀ। ਪਾਤਸ਼ਾਹ ਫਰਮਾਉਂਦੇ ਨੇ, ਭਾਈ ਅਸੀਂ ਆਪਣਾ ਖਾਲ ਤੁਹਾਨੂੰ ਦੱਸਦੇ ਹਾਂ। ਸੋਹਣਿਆ ਬਦੇਸ ਸਤ ਗੁਰ ਪਹਿ ਆਇਆ, ਗੁਰ ਹਰ ਹਰ ਨਾਮ ਮੋਹਿ ਮੰਤਰ ਦ੍ਰਿੜਾਇਆ। ਸੋ ਉਪਦੇਸ਼ ਨੂੰ ਸਰਵਣ ਕਰਕੇ ਜਦ ਮੈਂ ਸਤਿਗੁਰੂ ਦੀ ਸ਼ਰਨ ਵਿੱਚ ਆਇਆ, ਗੁਰੂ ਦੇ ਚਰਨ ਪਾਸੇ, ਤਬ ਸਤਿਗੁਰਾਂ ਨੇ ਹਰੀ ਦਾ ਹਰਿਤ ਕਰਨੇ ਖਾਰਾ ਨਾਮ ਮੈਨੂੰ ਮੰਤਰ ਨਿਹਚੇ ਕਰਾ ਦਿੱਤਾ ਕਿ ਨਾਮ ਜਪ, ਪਰਮੇਸ਼ਰ ਦੀ ਬੰਦਗੀ ਵਿੱਚ ਜੁੜ ਜਾ। ਗੁਰ ਹਰਿ ਹਰਿ ਨਾਮ ਮੋਹਿ ਮੰਤਰ ਦ੍ਰਿੜਾਇਆ, ਕਿਉਂਕਿ ਸਤਿਗੁਰੂ ਐਸਾ ਮੰਤਰ ਬਖਸ਼ਦੇ ਨੇ ਜਿਸ ਤੋਂ ਸਾਰੇ ਵਿਘਨ ਦੂਰ ਹੋ ਜਾਂਦੇ ਨੇ। ਆਪਣੇ ਪਾਤਸ਼ਾਹ ਦੇ ਬਚਨ ਵੀ ਨੇ, ਬਿਘਨ ਬਨਾਸਨ ਸਭ ਦੁੱਖ ਨਾਸਨ, ਸਤਿਗੁਰ ਨਾਮ ਦ੍ਰਿੜਾਇਆ। ਕੋਏ ਪਾਪ ਭਏ ਸਭ ਪਾਵਨ, ਜਨ ਨਾਨਕ ਸੁਖ ਘਰ ਆਇਆ। ਘਰ ਵਿੱਚ ਸੁਖ ਆ ਗਿਆ, ਕੋਈ ਕਰਨੀ ਮਾਇਆ ਦਾ ਨਾਸ ਹੋ ਗਿਆ ਜੋ ਦੁੱਖ ਦੇਵਣ ਵਾਲੀ ਸੀ। ਸਤਿਗੁਰੂ ਨੇ ਨਾਮ ਮੰਤਰ ਦ੍ਰਿੜ ਕਰਾ ਦਿੱਤਾ। ਜਿਵੇਂ ਰੱਬ ਦੇ ਜਨ ਮਹਾਤਮਾ ਉਪਦੇਸ਼ ਦਿੰਦੇ ਨੇ, ਪਿਆਰਿਓ ਨਾਮ ਜਪੋ। ਨਾਮ ਇੱਕ ਐਸਾ ਹੈ ਪਰਮੇਸ਼ਰ ਦਾ ਜਿਸ ਨਾਮ ਦਾ ਕੋਈ ਮੁੱਲ ਨਹੀਂ। ਬਾਬਾ ਜੀ ਨੇ ਬਖਸ਼ਿਸ਼ਾਂ ਕਰਨੀਆਂ ਭਾਈ, ਇਹ ਨਾਮ ਅਮੋਲਕ ਹੈ। ਜਿਸ ਨਾਮ ਨੂੰ ਜਪਿਆ ਤੁਸੀਂ ਤਰ ਜਾਵੋਗੇ, ਜਿਸ ਨਾਮ ਨੂੰ ਜਪਿਆ ਤੁਹਾਡੇ ਪਾਪ ਖੰਡਨ ਹੋ ਜਾਵਣਗੇ। ਜਿਸ ਨਾਮ ਨੂੰ ਜਪਿਆ ਇਹ ਲੋਕ ਪਰਲੋਕ ਸਹੇਲਾ। ਬਾਬਾ ਜੀ ਨੇ ਬਖਸ਼ਿਸ਼ਾਂ ਕਰਨੀਆਂ, 21 ਕੁੱਲਾਂ ਦਾ ਵੀ ਉਧਾਰ ਹੁੰਦਾ ਹੈ।
ਇੱਕ ਨਾਮ ਨੂੰ ਜਪਣ ਵਾਲਾ ਇੱਕ ਗੁਰਮੁਖ 21 ਕੁਲਾਂ ਨੂੰ ਉਤਾਰ ਲੈਂਦਾ ਹੈ। ਐਸਾ ਨਾਮ मेरी परमेश्वर दा है। साई नाम अमोल कीम ना कोई जान दो, जिन्ना भाग मथा से नानक हर रंग मान दो। निज घर वसया गुण गाए अनंता, प्रभ मिलियो नानक भये अचिंता। अकाल पुरख दे अनंत गुणां नूं गायन करके ਤਾਂ ਮੈਂ ਆਪਣੇ ਨਿੱਜ ਘਰ ਵਿੱਚ ਨਿਜਾਨੰਦ ਵਾਸ ਕਰਦਾ ਪਿਆ। ਸਤਿਗੁਰੂ ਦੀ ਕਿਰਪਾ ਕਰਕੇ ਅਕਾਲ ਪੁਰਖ ਪ੍ਰਭੂ ਮਿਲ ਗਿਆ। ਅਬ ਮੈਂ ਚਿੰਤਾ ਤੋਂ ਰਹਿਤ ਹੋਇਆ। ਤੂੰ ਵੀ हे ਭਾਈ ਸਿੱਖਾ ਇਸ ਪ੍ਰਕਾਰ ਨਿਚਿੰਤ ਹੋ ਜਾਏਗਾ। ਇਸ ਦਾ ਫਲ ਇਹ ਹੈ, ਘਰ ਮੇਰਾ ਇਹ ਨਾਇਕ ਹਮਾਰੀ, ਇਹ ਆਮਰ ਹਮ ਗੁਰ ਕੀਏ ਦਰਬਾਰੀ। ਦੂਜਾ ਘਰ ਮੇਰਾ ਇਹ ਨਾਇਕ ਹਮਾਰੀ। अब हमारी ये माया स्त्री हो गई है। बादशाह फरमाउंदे ने गुरु अर्जन देव महाराज जी भाई, ये माया जिस माया ने तिन्ना लोकां नूं मोह लिया, जगत नूं मोया छड्डिया नहीं, देवी देवतियां नूं मोह लिया, बड़े बड़े ऋषि मुनियां नूं मोह लिया। घर मेरा है नायक हमारी, ਇਹ ਆਮਦ ਹਮ ਗੁਰ ਕੀਏ ਦਰਬਾਰੀ। ਇਹ ਸਾਡੀ ਇਹ ਮਾਇਆ ਇਸਤਰੀ ਹੋ ਗਈ ਨਾਇਕ। ਮੈਂ ਪਤੀ ਹਾਂ ਜੋ ਹਿਰਦਾ ਇਸ ਦਾ ਹੋ ਰਿਹਾ ਸੀ, ਕਿਉਂਕਿ ਹਿਰਦਾ ਇਹ ਮਾਇਆ ਦਾ ਬਣਿਆ ਸੀ, ਸੋ ਮੇਰਾ ਹੋ ਗਿਆ। ਅੱਗੇ ਮਾਇਆ ਸਾਡੀ ਸਦਾ ਨਹੀਂ ਹੋ ਰਹੀ ਸੀ, ਕਿਉਂਕਿ ਮਾਇਆ ਦੇ ਬਦਲੇ ਮਨੁੱਖ ਝੂਠ ਬੋਲਦਾ ਹੈ, ਪਾਪ ਕਰਦਾ ਹੈ। ਕਿ ਮਾਇਆ धन बदलेगी। पातशाह फरमाउंदे ने अब इस पर साडा आमर हुक्म होया माया ते, क्योंकि जो असी गुरां ने दरबार वाले दरबारी स्वरूप की प्राप्ति वाले कर दिते हाँ, मिला लिया। आसा महला पंजोवा, प्रथमे बता जे पतरी चलावो, द्वितीय मता दोए मनुख पहुँचावो, तृतीय मता किश करो ओ माया। जिस समय सुली खान पठान बाबा रिथी चंद जी का मददगार होके आया, सतगुरु गुरदेव गुरु अर्जन देव महाराज जी ते चढ़ाई करके आया सी फौज लैके, तब परमेश्वर के सन्मुख पातशाह बेनती करते हुए पावन बचन बाणी उचारी गुरदेव ने उदों, जो सतगुरु फरमाउंदे ने प्रथमे मता जे पतरी लावो, द्वितीय मता दोए मनुख पहुँचावो, तृतीय मता किश करो उपाया। जिस पर दुश्मन चढ़ के आउंदा है वो पहले मता भी करता है कि चिट्ठी लिख के भेजा, दूजे यह सलाह करता कि दो मनुख वकील भेजा सुलह करा दे, ते साथ मेरी सफाई करा दे। तीजे ये सलाह करता है कि जे कुछ उपा करा शाम दामाद करदा। हे प्रभु जी मैंने तो सब कुछ भाव सब उपा त्याग दिते। गुरु अर्जन देव जी कहन लगे, हे अकाल पुरख मैं सारे उपा यतन छड्ड दिते ने, तेरा ध्यान कीता। सृष्टि की उत्पत्ति रची सतगुरु दूजे भाव के अर्थ करते हैं कि ब्रह्मा जी ने पहले मता सलाह की कि वेद प्रवृत्ति करा, दूजे गुरमता किया कि दो मनुख संभव भाव सतरूपा नूं भेजा जो मैथनी सृष्टि करे। तीसरे मता किया कि कुछ उपाव करा, मरीच यादक रिखियां नूं उपजावां, जग्यासुआं दे जो परमेश्वर प्राप्ति के उपाव ने सो दिखाते हैं। पुरुष प्रथमे यह मता करता है कि वेद पढ़न विच बुद्धि नूं पावन करा,
ਦੂਜਾ ਮਤਾ ਕੀਤਾ ਕਿ ਦੋ ਮਨੁੱਖ ਗਿਆਨ ਵਿਰਾਗ ਨੂੰ ਧਾਰਨ ਕਰਨਾ, ਨਹੀਂ ਦੋਨਾਂ ਮਨੁੱਖਾਂ ਦੁਆਰਾ ਆਪਣੇ ਆਪ ਨੂੰ ਪਰਮੇਸ਼ਰ ਰੂਪ ਵਿੱਚ ਪ੍ਰਾਪਤ ਕਰਨਾ। ਤੀਸਰੇ ਮਤਾ ਇਹ ਕਰਦਾ ਹੈ ਕੁਝ ਤੀਰਥ ਰਟਨ ਆਦਿ ਉਪਾਉ ਕਰਨਾ। ਪਰ ਪਾਤਸ਼ਾਹ ਗੁਰਦੇਵ ਨੇ ਪਾਵਨ ਵਚਨ ਕੀਤੇ, ਕਹਿਣ ਲੱਗੇ ਪ੍ਰਭੂ ਮੈਂ ਸਭ ਕਿਛ ਛੋੜ ਪ੍ਰਭ ਤੂੰ ਹੀ ਤੇ ਆਇਆ। ਹੀ ਮੇਰੇ ਪ੍ਰਭੂ ਮੇਰੀ ਪਰਵਰਦਿਗਾਰ, ਮੈਨੇ ਤਾਂ ਸਭ ਕੁਝ ਛੱਡ ਕੇ ਇੱਕ ਤੇਰਾ ਧਿਆਨ ਕੀਤਾ ਹੈ। ਕਿਉਂਕਿ ਸਤਿਗੁਰਾਂ ਨੂੰ ਬੇਨਤੀ ਕੀਤੀ ਸੀ ਸੇਵਾਦਾਰਾਂ ਨੇ, ਬਾਬਾ ਬੁੱਢਾ ਜੀ ਆਦਿ ਭਾਈ ਗੁਰਦਾਸ ਜੀ ਨੇ ਕਿ ਆਪਾਂ ਵੀ ਕੁਝ ਯਤਨ ਕਰੀਏ, ਤਿਆਰੀ ਕਰੀਏ, ਪਰ ਸਤਿਗੁਰਾਂ ਨੇ ਮਨਾ ਕਰ ਦਿੱਤਾ। ਕਿਉਂਕਿ ਸਤਿਗੁਰਾਂ ਨੂੰ ਇਹ ਪਤਾ ਉਹ ਮਾਲਕ ਦੀਨ ਦੁਨੀਆ ਦਾ। ਵਚਨ ਇਹ ਵੀ ਕੀਤੇ ਗੁਰਦੇਵ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕਿ ਸਾਡੇ ਤੱਕ ਉਹ ਪਹੁੰਚੇਗਾ ਹੀ ਨਹੀਂ। ਸਾਡਾ ਰਾਖਾ ਉਹ ਪਰਮੇਸ਼ਰ ਆਪ ਹੈ। ਮੈਂ ਸਭ ਕੁਛ ਛੋੜ ਪ੍ਰਭ ਤੂੰ ਹੀ ਤੇ ਆਇਆ। ਕਿ ਪ੍ਰਭੂ ਮੈਂ ਤਾਂ ਸਭ ਕੁਝ ਛੱਡ ਕੇ ਇੱਕ ਤੇਰਾ ਧਿਆਨ ਕੀਤਾ ਹੈ। ਮਹਾ ਆਨੰਦ ਅਚਿੰਤ ਸਹਿਜ ਆਇਆ, ਦੁਸ਼ਮਨ ਦੂਤ ਮੂਏ ਸੁਖ ਪਾਇਆ। ਇਹ ਮਹਾਰਾਜ ਸਤਿਗੁਰੂ ਦੀ ਕਿਰਪਾ ਤੇ ਮੈਨੂੰ ਅਚਿੰਤਤਾ ਔਰ ਮਹਾ ਆਨੰਦ ਸਹਿਜੇ ਪ੍ਰਾਪਤ ਹੋਇਆ। ਜੋ ਮੋਹ ਆਦਿਕ ਸ਼ਤਰੂ ਜੋ ਚੁਗਲ ਸੀ ਉਹ ਮਰ ਗਏ ਔਰ ਮੈਨੇ ਸੁਖ ਪਾਇਆ। ਸਤਿਗੁਰ ਮੋਹ ਕੋ ਦਿਆ ਉਪਦੇਸ਼, ਜੀਓ ਪਿੰਡ ਸਭ ਹਰ ਕਾ ਦੇਸ। ਸਤਿਗੁਰਾਂ ਨੇ ਮੈਨੂੰ ਐਸਾ ਉਪਦੇਸ਼ ਦਿੱਤਾ ਕਿ ਜੀਓ ਇਹ ਪਿੰਡ ਸਰੀਰ ਇੰਦਰੀਆਂ ਦਾ ਸਮੁਦਾਇ ਇਹ ਸਭ ਮੇਰੇ ਵਾਹਿਗੁਰੂ ਦਾ ਹੈ। ਮੇਰਾ ਭਾਉ ਹੀ ਮਿਟ ਗਿਆ। ਜੋ ਕਿਛ ਕਰੀ ਸੋ ਤੇਰਾ ਤਾਣ, ਤੂੰ ਮੇਰੀ ਓਟ ਤੂੰ ਹੈ ਦੀਵਾਨ। ਜੋ ਕੁਝ ਵੀ ਕਰਦਾ ਹਾਂ हे ਮੇਰੇ ਵਾਹਿਗੁਰੂ ਤੇਰਾ ਬਲ ਹੈ, ਮੈਨੂੰ ਤੇਰੀ ਓਟ ਹੈ, ਮੈਨੂੰ ਤੂੰ ਹੀ ਮੇਰਾ ਮਨ ਕਰਕੇ ਆਸਰਾ, ਤੂੰ ਹੀ ਮੇਰਾ ਤਨ ਕਰਕੇ ਆਸਰਾ ਹੈ। ਦੀਵਾਨ ਹੈ, ਬਲ ਵੀ ਤੂੰ ਹੈ। ਕਿਉਂਕਿ ਮਾਣ ਵੀ ਤੇਰੇ ਤੇ ਤਾਣ ਵੀ ਤੇਰੇ ਤੇ ਹੈ। ਤੋਦਨੋਂ ਛੋੜ ਜਾਈਐ ਪ੍ਰਭ ਕੈ ਧਰ, ਆਨ ਨ ਬੀਆ ਤੇਰੀ ਸਮਸਰ। हे ਮੇਰੇ ਪਰਵਤਗਾਰ ਮੇਰੇ ਸਤਿਗੁਰੂ ਗਰੀਬ ਨਵਾਜ, ਤੈਨੂੰ ਛੱਡ ਕੇ ਕਿਸ ਦੇ ਆਸਰੇ ਜਾਈਏ। ਕਿਉਂਕਿ ਤੇਰੇ ਤੋਂ ਬਿਨਾਂ ਸਾਡਾ ਕੋਈ ਆਸਰਾ ਹੀ ਨਹੀਂ। ਤੇਰੀ ਸ਼ਰਨ ਲਈ ਹੈ, ਜਿਉਂ ਜਾਨੋ ਤਿਉਂ ਰਾਖ ਹਰ ਪ੍ਰਭ ਤੇਰੇ ਆ। ਕਿਉਂਕਿ ਤੇਰੇ ਹਾਂ ਜਿਉਂ ਵੀ ਜਾਨੋ ਰਖ ਲਵੋ, ਹਮ ਬਾਰਕ ਤੋ ਸਰਣਾਈ ਪ੍ਰਭ ਆਪੇ ਪੈਜ ਰਖਾਈ। ਅਸੀਂ ਤਾਂ ਤੇਰੀ ਬਾਲਕੇ ਹਾਂ। ਪਾਤਸ਼ਾਹ ਦੇ ਪਾਵਨ ਵਚਨ ਨੇ, ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ ਸਭਨੀ ਥਾਈ। ਤਾਂ ਪਉ ਕੇਹਾ ਕਾੜਾ ਜੀਓ, ਤੇ ਕਾਹਦਾ ਭੈ ਤੇ ਡਰ ਹੈ। ਕਿਉਂਕਿ ਮੇਰਾ ਮਾਲਕ ਮਾਤਾ ਪਿਤਾ ਸਾਗ ਸੰਬੰਧੀ ਤੂੰ ਹੀ। ਇਹ ਕਿਰਪਾ ਵੀ ਤੂੰ ਕੀਤੀ, ਤੇਰੀ ਪਹਿਚਾਣ ਆ ਗਈ। ਤੁਮਰੀ ਕਿਰਪਾ ਤੇ ਤੁਧ ਪਛਾਣਾ, ਤੂੰ ਮੇਰੀ ਓਟ ਤੂੰ ਹੈ ਮੇਰਾ ਮਾਣਾ। ਕਿਉਂਕਿ ਓਟ ਤੇਰੀ ਹੈ, ਤੇਰੇ ਤੇ ਮੈਨੂੰ ਮਾਣ ਵੀ ਹੈ। ਕਿਉਂਕਿ ਜੋ ਮਾਲਕ ਦਾ ਬਣ ਜਾਵੇ ਫਿਰ ਮਾਲਕ ਤੇ ਜਨ ਨੂੰ ਮਾਣ ਵੀ ਹੁੰਦਾ ਹੈ। ਕਿ ਮੇਰਾ ਮਾਲਕ ਵੱਡਾ ਹੈ, ਜਿਸ ਦਾ ਸਾਹ ਹੀ ਵੱਡਾ ਡਾ ਹੋਏ, ਤਿਸ ਨੂੰ ਮਾਰ ਨਾ ਸਕੈ ਕੋਈ। ਫਿਰ ਕੋਈ ਮਾਰਨ ਵਾਲਾ ਨਹੀਂ, ਉਸਦਾ ਵਾਲ ਵੀ ਵਿੰਗਾ ਨਹੀਂ। ਜਾਮ ਗੁਰੂ ਹੋਏ ਵੱਲ ਧਨੇ ਕਿਆ ਗਾਦ ਬਦਿਜੈ, ਜਾਮ ਗੁਰੂ ਹੋਏ ਵੱਲ ਲੱਖ ਵਾਹੇ ਕਿਆ ਜੇ ਲੱਖਾਂ ਬਾਹਾਂ ਉਹਦੇ। ਫਿਰ ਵਾਲ ਵੀ ਵਿੰਗਾ ਨਹੀਂ, ਜਿਸ ਦੇ ਬਲ ਸਮਰੱਥ ਮੇਰਾ ਸਤਿਗੁਰੂ ਹੈ। ਤੇਰੇ ਸੇਵਕ ਕੋ ਕਿਸ ਕੀ ਕਾਣ, ਸਾਕਤ ਭੂਲਾ ਫਿਰੈ ਬੇਬਾਨ। हे ਮੇਰੇ ਪਰਵਤਗਾਰ ਮੇਰੇ ਪ੍ਰਭੂ, ਤੇਰੇ ਸੇਵਕਾਂ ਨੂੰ ਕਿਸ ਦੀ ਕਾਣਕ ਹੈ, ਕਿਸ ਦੀ ਕਨੌੜਕ ਹੈ।
किसी दी काण नहीं, क्योंकि वो तेरे आसरे ने। वो संसारियां दी जगत दी परवाह नहीं करते, वो बेमोहताज विचरदे ने संसार विच, क्योंकि उन्हां दे तूं सਦੀवी अंग संग रहिंदा है। आप उन्हां दी पैज प्रतिज्ञा रखदा है। तेरे सेवक को किस की कान, साकद भूला फिर है विवान। जो तेरे प्रताप नूं नहीं जानदा, वो ऐसा नास्तिक निगुरा साकतक है जो संवालक दे प्रताप नूं ना जाने। वो उजाड़ विच क्या संसार वन विच भरमदा फिरदा, वो जानदा नहीं कि इस दा राखा आप अकाल पुरख है। वो अपनी आ जना दी आद तो रखदा अज दा नहीं। जो जो कहे ठाकुर पह सेवक तत्काल होया वै। तत्काल करदा, कह देरी नहीं लाउंदा। तेरी वड़ियाई कही ना जाए, जह कह राख ले गल लाए। हे मेरे परवतगार, मेरे गुरु नानक, ये तेरी शोभा तेरी वड़ियाई जीव तो कही नहीं जाती। अपर देवी देवते जहाँ तक उन्हां दी गत है, रखिया करदे नहीं देवी देवते। पर तू जहाँ कहाँ सर्वत्र स्थानां विच गल में गलाए के, गल ला के रखिया करदा। जह कह राख ले गल लाए, क्योंकि मालिक ऐसा है अपने जना दी आद तो रखदा आया है। अज दा नहीं गल नाल ला के रखदा कि मेरा है। नानक दास तेरी शरण आई, प्रभ राखी पैज वजी वादाई। पातशाह फरमाउंदे ने, नानक दास तेरी शरणाई, प्रभ राखी पैज वधी वादाई। सुली खान पठान सतगुरां तक नहीं पहुंचिया, कमौते मरिया पट्ठे विच सड़ के। पातशाह फरमाउंदे ने, मैं दास हे मेरे सतगुरु गुरुदेव तेरी शरण खां। हे प्रभु आपने मेरी प्रतिज्ञा पैज रखी है, और मैनू वधाई वजी, खुशी हुई, आनंद खेड़ा, हरि दा जस होया, कीर्तन होया। क्योंकि वह मालिक बड़ा समर्थ है। सत संगी जनों, अपने जना की पैज आद तो रखदा आ, अज भी रखदा है। जे कोई सच्चा भगत बन जावे, आद जुगाद भगतन का राखा, उस्तत कर कर जीवा। नानक नाम महारस मीठा, अन दिन मन तन पीवा। सतगुरु दे अवदेश ते चलीए, गुर शब्दी गुरमतीए बणीए। नाम नू जपीए संग करिए, सतपुरुषां दा अपना अमोलक जन्म सफल हो जाएगा। हे अच्युत